तो मैनू बहुत खुशी महसूस हो रही है कि जिस दिन की भगवंत मान जी की पंजाब ਦੀ सरकार बनी है उस दिन तो ही ਬੱਚਿਆਂ ਦੀਆਂ ਨੌਕਰੀਆਂ ਦਾ ਤੇ ਉਹਨਾਂ ਨੂੰ ਨੌਕਰੀ ਯੋਗ ਬਣਾਉਣ ਦਾ ਕੰਮ ਹੈ ਜਿਹੜਾ ਉਹ ਪੰਜਾਬ ਸਰਕਾਰ ਕਰ ਰਹੀ ਹੈ। ਅਸੀਂ ਕੱਲੇ ਬੱਚੇ ਨੂੰ ਨੌਕਰੀ ਦਿਵਾਉਣ ਦੇ ਲਈ ਵਚਨਬੱਧ ਹਾਂ ਤੇ ਉਹਨਾਂ ਦੀ ਅੱਗੇ ਫਾਲੋ ਅਪ ਵੀ ਹੋਊਗਾ ਕਿ ਇੰਡਸਟਰੀ ਨੇ ਉਸ ਬੱਚੇ ਨੂੰ ਨੌਕਰੀ ਦਿੱਤੀ ਵੀ ਹੈ ਜਾਂ ਸਿਰਫ ਔਰ ਸਿਰਫ ਸਰਕਾਰੀ ਕਾਗਜ਼ਾਂ ਦਾ ਘਰ ਪੂਰਾ ਕਰਕੇ ਕੰਮ ਛੱਡਤਾ। ਸੋ ਅਸੀਂ ਪੁਰਾਣਾ ਕੰਮ ਸੀ ਜਿਹੜਾ ਜਾਲੀ ਜਿਹਾ ਕੰਮ ਸੀ ਜਿਹੜੀ ਸਰਕਾਰਾਂ ਕਰਦੀਆਂ ਸੀਗਾ ਉਹ ਬਿਲਕੁਲ ਖਤਮ ਕਰਤਾ, ਵਾਈਪ ਆਫ ਕਰਤਾ। ਚਲੋ ਕੋਈ ਗੱਲ ਨਹੀਂ ਜੀ, ਇੰਨੀ ਕੀ ਗੱਲ ਚੰਨੀ ਸਾਹਿਬ ਨੂੰ 4 ਦਿਨ ਤਾਂ ਰਹੇ, 31 ਤਰੀਕ ਤੱਕ ਵੇਟ ਕਰ ਲੈਣਾ। ਦੇਖੋ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਿਸ ਦਿਨ ਦੀ ਭਗਵੰਤ ਮਾਨ ਜੀ ਦੀ ਪੰਜਾਬ ਦੇ ਸਰਕਾਰ ਬਣੀ ਹੈ ਉਸ ਦਿਨ ਤੋਂ ਹੀ ਬੱਚਿਆਂ ਦੀਆਂ ਨੌਕਰੀਆਂ ਦਾ ਤੇ ਉਹਨਾਂ ਨੂੰ ਨੌਕਰੀ ਯੋਗ ਬਣਾਉਣ ਦਾ ਕੰਮ ਹੈ ਜਿਹੜਾ ਉਹ ਪੰਜਾਬ ਸਰਕਾਰ ਕਰ ਰਹੀ ਹੈ। ਇਸੇ ਤਹਿਤ ਸਾਡੇ ਡਿਪਾਰਟਮੈਂਟ ਐਮਪਲੋਇਮੈਂਟ ਜਨਰੇਸ਼ਨ ਤੇ ਸਕਿੱਲ ਡਿਵੈਲਪਮੈਂਟ ਨੇ ਐਸਓਚਐਮ ਦੇ ਸਹਿਯੋਗ ਦੇ ਨਾਲ ਇੱਕ ਸੈਂਟਰ ਆਫ ਐਕਸੀਲੈਂਸ ਜਿਹੜਾ ਉਹ ਫਗਵਾੜਾ ਦੇ ਇਸ ਰੂਰਲ ਬੈਲਟ ਦੇ ਵਿੱਚ ਖੋਲ੍ਹਿਆ ਹੈ, ਜਿੱਥੇ 2 ਸਾਲਾਂ ਦੇ ਵਿੱਚ 2000 ਬੱਚਿਆਂ ਨੂੰ ਸਕਿੱਲ ਦਿੱਤਾ ਜਾਏਗਾ, ਹੁਨਰ ਦਿੱਤਾ ਜਾਏਗਾ। ਕਈ ਕੋਰਸਿਸ ਨੇ ਜਿਨ੍ਹਾਂ ਦੀ ਅੱਜ ਪੰਜਾਬ ਦੀ ਦੇਸ਼ ਦੀ ਇੰਡਸਟਰੀ ਨੂੰ ਜ਼ਰੂਰਤ ਹੈ, ਪਰ ਪਿਛਲੇ ਲੰਬੇ ਸਮੇਂ ਦੇ ਵਿੱਚ ਪੰਜਾਬ ਦੀ ਤਰਾਸਦੀ ਕੀ ਰਹੀ ਕਿ ਪਿਛਲੀਆਂ ਸਰਕਾਰਾਂ ਨੇ ਜੋ ਇੰਡਸਟਰੀ ਨੂੰ ਰਿਕੁਆਇਰਮੈਂਟ ਸੀ, ਜਿਸ ਸਕਿੱਲ ਦੀ, ਜਿਸ ਹੁਨਰ ਦੀ, ਉਹਦੇ ਵਿੱਚ ਔਰ ਜਿਸ ਤਰੀਕੇ ਦੇ ਸਟੂਡੈਂਟਸ ਪੈਦਾ ਹੋ ਰਹੇ ਸੀਗੇ ਸਕੂਲਾਂ ਕਾਲਜਾਂ ਦੇ ਵਿੱਚੋਂ, ਉਹਦੇ ਵਿੱਚ ਬਹੁਤ ਵੱਡਾ ਗੈਪ ਸੀਗਾ। ਤੇ ਉਸੇ ਗੈਪ ਨੂੰ ਪੂਰਾ ਕਰਨ ਦੇ ਲਈ ਤਾਂ ਕਿ ਬੱਚਾ ਜਦੋਂ ਪੜ੍ਹਾਈ ਕਰਕੇ ਟ੍ਰੇਨਿੰਗ ਕਰਕੇ ਨਿਕਲੇ ਨਾਲ ਦੀ ਨਾਲ ਉਹਦੇ ਲਈ ਜੌਬ ਤਿਆਰ ਹੋਵੇ, ਨੌਕਰੀ ਤਿਆਰ ਹੋਵੇ, ਇਸ ਮਕਸਦ ਦੇ ਨਾਲ ਅਸੀਂ ਕੰਮ ਕਰ ਰਹੇ ਹਾਂ। ਔਰ ਉਸੇ ਲੜੀ ਦੇ ਤਹਿਤ ਐਸਓਚਐਮ ਦੀ ਐਸੋਸੀਏਸ਼ਨ ਦੇ ਨਾਲ ਰਾਮਗੜੀਆ ਇੰਸਟੀਚਿਊਟ ਦੇ ਵਿੱਚ ਇਹ ਸੈਂਟਰ ਆਫ ਐਕਸੀਲੈਂਸ ਜਿਹੜਾ ਉਹ ਸ਼ੁਰੂ ਕੀਤਾ। ਮੈਂ ਸਮਝਦਾ ਕਿ ਇੱਥੋਂ ਦੇ ਪੂਰੇ ਇਸ ਰੂਰਲ ਬੈਲਟ ਦੇ ਪੂਰੇ ਇਲਾਕੇ ਨੂੰ ਬਹੁਤ ਵੱਡਾ ਫਾਇਦਾ ਜਿਹੜਾ ਇਸ ਸੈਂਟਰ ਆਫ ਐਕਸੀਲੈਂਸ ਦੇ ਨਾਲ ਹੋਏਗਾ। ਸਰ ਲਾਸਟ ਟਾਈਮ ਵੀ ਪਿਛਲੇ ਸਰਕਾਰ ਵੇਲੇ ਵੀ ਰੋਜ਼ਗਾਰ ਮੇਲੇ ਜ਼ਰੂਰ ਲੱਗੇ ਸੀਗੇ, ਜਿਹੜੇ ਸਟੂਡੈਂਟ ਸੀਗੇ, ਬੱਚੇ ਸੀਗੇ, ਬਹੁਤ ਉਹਨਾਂ ਨੇ ਉਤਸ਼ਾਹ ਵੀ ਦਿਖਾਇਆ ਸੀਗਾ, ਤੇ ਪਰ ਉਹ ਜਿਹੜਾ ਰਿਸਪੌਂਸ ਮਿਲਿਆ ਉਹ ਦੇਖਦੇ ਹਾਂ ਜੀ ਉਹ ਕਮੀ ਕਿੱਥੋਂ ਰਹੀ ਸੀਗੀ। ਦੇਖੋ ਇਸ ਤਰ੍ਹਾਂ ਹੈ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਦੀ ਤੁਸੀਂ ਗੱਲ ਕਰਦੇ ਹੋ, ਉਹ ਰੋਜ਼ਗਾਰ ਮੇਲਾ ਤਾਂ ਸਿਰਫ ਨਾਮ ਦੇ ਮੇਲੇ ਸੀਗੇ, ਉਹ ਇਹਨਾਂ ਦੇ ਪੋਲੀਟੀਕਲ ਮੇਲੇ ਹੁੰਦੇ ਸੀਗੇ, ਕਿਉਂਕਿ ਜਦੋਂ ਚੋਣਾਂ ਹੋ ਜਾਂਦੀਆਂ ਉਦੋਂ ਸਿਰਫ ਔਰ ਸਿਰਫ ਇੱਕ ਹਾਈਪ ਕ੍ਰੀਏਟ ਕਰਦੀ, ਲੋਕਾਂ ਦੀ ਅੱਖਾਂ ਦੇ ਵਿੱਚ ਘੱਟਾ ਪਾਉਣ ਦੇ ਲਈ ਉਹੋ ਜਿਹੇ ਮੇਲੇ ਨੇ ਜਿਹੜੇ ਉਹ ਲੱਗਦੇ ਰਹੇ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਵਾਂ, ਤੇ ਜਦੋਂ ਮੈਂ ਇਹ ਡਿਪਾਰਟਮੈਂਟ ਟੇਕ ਓਵਰ ਕੀਤਾ ਤੇ ਸਾਡੇ ਡਿਪਾਰਟਮੈਂਟ ਦੇ ਪੋਰਟਲ ਦੇ ਉੱਪਰ ਹੀ 18.5 ਲੱਖ ਬੱਚਾ ਜਿਹੜਾ ਉਹ ਰਜਿਸਟਰ ਹੁਣ ਤੱਕ ਪਿਛਲੀਆਂ ਸਰਕਾਰਾਂ ਦੇ ਸਮਿਆਂ ਦੇ ਵਿੱਚ ਹੋਇਆ ਪਿਆ ਸੀਗਾ, ਜਿਹਦੇ ਵਿੱਚ ਕਹਿੰਦੇ ਸੀ 18.5 ਲੱਖ ਸਾਡੇ ਕੋਲ ਬੱਚੇ ਤੇ ਇੰਨੇ ਹਜ਼ਾਰ ਇੰਡਸਟਰੀ ਹੈ। ਮੈਂ ਉਹਨਾਂ ਨੂੰ ਕਿਹਾ, ਮੈਂ ਕਿ ਸਾਰਾ ਮੈਨੂੰ ਫਿਕਟੀਸ਼ੀਅਸ ਲੱਗਦਾ, ਜਾਲੀ ਲੱਗਦਾ, ਤੁਸੀਂ ਇਹਨਾਂ ਨੂੰ ਸਕਰੂਟਨਾਈਜ਼ ਕਰਨਾ ਸ਼ੁਰੂ ਕੀਤਾ। ਅਸੀਂ ਉਹਨਾਂ ਬੱਚਿਆਂ ਨੂੰ ਕਾਲਸ ਕਰਵਾਈਆਂ, ਰੈਂਡਮਲੀ ਮੈਸੇਜ ਡਲਵਾਏ, 3-3 4-4 ਮੈਸੇਜ ਤੋਂ ਬਾਅਦ ਉਹ ਡੇਟਾ ਜਿਹੜਾ ਐਕਚੁਅਲ ਸਹੀ ਡੇਟਾ ਜਿਹੜਾ ਉਹ ਤਕਰੀਬਨ 1,32,000 ਤੇ ਸਿਮਟ ਗਿਆ। ਇਸੇ ਤਰੀਕੇ ਦੇ ਨਾਲ ਇੰਡਸਟਰੀ ਦੀਆਂ ਬਿਨਾਂ ਪੁੱਛੇ ਬਿਨਾਂ ਦੱਸੇ ਕਿਸ ਚੀਜ਼ ਦੀ ਕਿਸ ਤਰ੍ਹਾਂ ਦੇ ਸਕਿੱਲ ਦੀ ਬੱਚਿਆਂ ਦੀ ਜ਼ਰੂਰਤ ਹੈ ਉਹ ਪੁੱਛਦੇ ਦੱਸਦੇ ਨਹੀਂ ਸੀਗੇ ਤੇ ਪੋਰਟਲ ਤੇ ਚੜ੍ਹਾ ਦਿੰਦੇ ਸੀਗੇ ਕਿ ਇੰਨੀ ਇੰਡਸਟਰੀ ਨੂੰ ਇੰਨੇ। ਹੁਣ ਮੈਂ ਪਿਛਲੇ ਦਿਨਾਂ ਦੇ ਵਿੱਚ 1.5 ਮਹੀਨਾ ਪਹਿਲਾਂ ਜਦੋਂ ਮੇਰੇ ਕੋਲ ਡਿਪਾਰਟਮੈਂਟ ਆਇਆ, ਅਸੀਂ ਆਪਦੇ ਆਫਿਸਰਸ ਨੂੰ ਇੰਡਸਟਰੀਆਂ ਦੇ ਵਿੱਚ ਭੇਜਿਆ ਤੇ ਇੰਡਸਟਰੀਆਂ ਦੇ ਵਿੱਚੋਂ ਅਸੀਂ ਐਕਚੁਅਲ ਇੰਡਸਟਰੀ ਦੀ ਕੀ ਰਿਕੁਆਇਰਮੈਂਟ ਔਰ ਕਿਸ ਸਕਿੱਲ ਦੀ ਰਿਕੁਆਇਰਮੈਂਟ ਹੈ ਉਹ ਅਸੀਂ ਆਲਮੋਸਟ ਹੈ ਜਿਹੜੀ ਫਰਸਟ ਫੇਜ਼ ਦੇ ਵਿੱਚ 1.5-1.25 ਮਹੀਨੇ ਜਿੰਨੀ ਹੋ ਸਕਦੀ ਸੀ ਅਸੀਂ ਉਹ ਤਿਆਰ ਕਰ ਲਈ ਹੈ। ਉਹ ਉਹਨਾਂ ਬੱਚਿਆਂ ਨੂੰ ਤੇ ਇੰਡਸਟਰੀ ਨੂੰ ਇੱਕ ਪਲੇਟਫਾਰਮ ਤੇ ਲੈ ਕੇ ਆਉਣ ਦਾ ਕੋਈ ਬਹੁਤਾ ਅਸੀਂ ਇਹ ਨਹੀਂ ਹੱਲਾ ਗੁੱਲਾ ਨਹੀਂ ਕਰਨਾ ਜੀ ਕਿ ਇੰਡਸਟਰੀ ਨੇ ਰੱਖ ਆਪ ਹੀ ਲਿਆ, ਜ਼ਰੂਰਤ ਹੈ ਨਹੀਂ, ਇਹ ਆਪਦੇ ਕਾਗਜ਼ਾਂ 'ਚੋਂ ਖਾਨਾ ਪੂਰਤੀ ਕਰੇ ਸੀ, ਉਹ ਕੰਮ ਨਹੀਂ ਚੱਲਣਾ ਹੈਗਾ। ਅਸੀਂ ਕੱਲੇ ਬੱਚੇ ਨੂੰ ਨੌਕਰੀ ਦਿਵਾਉਣ ਦੇ ਲਈ ਵਚਨਬੱਧ ਹਾਂ ਤੇ ਉਹਨਾਂ ਦੀ ਅੱਗੇ ਫਾਲੋ ਅਪ ਵੀ ਹੋਊਗਾ ਕਿ ਇੰਡਸਟਰੀ ਨੇ ਉਸ ਬੱਚੇ ਨੂੰ ਨੌਕਰੀ ਦਿੱਤੀ ਵੀ ਹੈ ਜਾਂ ਸਿਰਫ ਔਰ ਸਿਰਫ ਸਰਕਾਰੀ ਕਾਗਜ਼ਾਂ ਦਾ ਘਰ ਪੂਰਾ ਕਰਕੇ ਕੰਮ ਛੱਡਤਾ। ਸੋ ਅਸੀਂ ਪੁਰਾਣਾ ਕੰਮ ਸੀ ਜਿਹੜਾ ਜਾਲੀ ਜਿਹਾ ਕੰਮ ਸੀ ਜਿਹੜੀ ਸਰਕਾਰਾਂ ਕਰਦੀਆਂ ਸੀਗਾ ਉਹ ਬਿਲਕੁਲ ਖਤਮ ਕਰਤਾ, ਵਾਈਪ ਆਫ ਕਰਤਾ। ਠੀਕ ਹੈ, ਸੋ ਇਸ ਕਰਕੇ ਪਿਛਲੀਆਂ ਸਰਕਾਰਾਂ ਨੇ ਜੇ ਘਰ ਬੈਠੀ ਜਾਲੀ ਕੰਮ ਕੀਤੇ ਤੇ ਅੱਜ ਤਾਂ ਹੀ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਘਰੇ ਬਿਠਾਤਾ। ਸਰ ਸੀਐਮ ਸਾਹਿਬ ਨੇ 31 ਮਈ ਤੱਕ ਦਾ ਚੰਨੀ ਸਾਹਿਬ ਨੂੰ ਟਾਈਮ ਦਿੱਤਾ ਹੈਗਾ ਜਦ ਤੱਕ, ਤੇ ਉਹ ਕਹਿੰਦੇ ਜੀ ਫਿਰ ਸਮਾਂ ਕਿਉਂ ਦਿੱਤਾ ਜਾ ਰਿਹਾ ਜੇ ਮੈਂ ਦੋਸ਼ੀ ਹਾਂ, ਮੇਰੇ ਖਿਲਾਫ ਐਫਆਈਆਰ ਦਰਜ ਕਰਕੇ ਮੈਨੂੰ। ਚਲੋ ਕੋਈ ਗੱਲ ਨਹੀਂ ਜੀ, ਇੰਨੀ ਕੀ ਗੱਲ ਚੰਨੀ ਸਾਹਿਬ ਨੂੰ 4 ਦਿਨ ਤਾਂ ਰਹੇ, 31 ਤਰੀਕ ਤੱਕ ਵੇਟ ਕਰ ਲੈਣਾ। ਤੇ ਜਿਹੜਾ ਨਵੀਂ ਪਾਰਲੀਮੈਂਟ ਦਾ ਜਿਹੜਾ ਰੇਟ ਦਾ ਕਾਫੀ ਆ ਉਹਦੇ ਲੈ ਕੇ ਜਿਹੜਾ ਪਟੀਸ਼ਨ ਵੀ ਪਾਈ ਹੋਈ ਹੈ। ਦੇਖੋ ਮੈਂ ਸਮਝਦਾ ਕਿ ਇਹ ਬਹੁਤ ਅਨਫੋਰਚੂਨੇਟ ਹੈ
ਕਿ ਡੈਮੋਕ੍ਰੇਸੀ ਦੇ ਵਿੱਚ ਪਾਰਲੀਮੈਂਟ ਨੂੰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ, ਸਭ ਤੋਂ ਵੱਡਾ ਮੰਦਰ ਹੈ ਜਿਹੜਾ ਡੈਮੋਕ੍ਰੇਸੀ ਦਾ, ਉਹ ਮੰਨਿਆ ਜਾਂਦਾ ਹੈ। ਤੇ ਉਸ ਮੰਦਰ ਦੇ, ਡੈਮੋਕ੍ਰੇਸੀ ਦੇ ਉਸ ਮੰਦਰ ਦੇ ਵਿੱਚ ਵੀ ਜੇ ਤੁਸੀਂ ਇਸ ਤਰੀਕੇ ਦੀ ਸੋਚ ਰੱਖੋਗੇ ਕਿ ਇੱਥੇ ਤਾਂ ਸਿਰਫ ਔਰ ਸਿਰਫ ਸਾਡਾ ਹੀ ਕਬਜ਼ਾ ਹੋਊਗਾ, ਤੇ ਉਹ ਮੈਂ ਸਮਝਦਾ ਕਿ ਅਨਫੋਰਚੂਨੇਟ ਹੈ। ਜਦੋਂ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜੇ ਕਿ ਫਰਸਟ ਪਰਸਨ ਆਫ ਦਾ ਕੰਟਰੀ ਨੇ, ਫਰਸਟ ਲੇਡੀ ਆਫ ਦਾ ਨੇਸ਼ਨ ਨੇ, ਉਹਨਾਂ ਨੂੰ ਮੈਂ ਸਮਝਦਾ ਕਿ ਇਹ ਆਨਰਸ ਨੇ ਜਿਹੜੇ ਉਹ ਦੇਣੇ ਚਾਹੀਦੇ ਸੀਗੇ ਸੈਂਟਰਲ ਗਵਰਨਮੈਂਟ ਵੱਲੋਂ ਔਰ ਬੀਜੇਪੀ ਵੱਲੋਂ। ਇਹੋ ਜਿਹਾ ਨਾ ਕਰਕੇ ਸਿਰਫ ਔਰ ਸਿਰਫ ਰਾਸ਼ਟਰਪਤੀ ਮੈਡਮ ਦੇ ਅਹੁਦੇ ਦੀ ਤੋਹੀਨ ਕਰਨਾ ਹੀ ਨਹੀਂ, ਮੈਂ ਸਮਝਦਾ ਕਿ ਡੈਮੋਕ੍ਰੇਸੀ ਦੇ ਨਾਲ, ਲੋਕਤੰਤਰ ਦੇ ਨਾਲ ਵੀ ਇੱਕ ਭੱਦਾ ਮਜ਼ਾਕ ਹੈ ਜਿਹੜਾ ਉਹ ਕੀਤਾ ਜਾ ਰਿਹਾ, ਨਹੀਂ ਹੋਣਾ ਚਾਹੀਦਾ ਸੀਗਾ।